ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਅੰਗਦ ਜੀ ਪ੍ਰਤੀ ਬਚਨ ਕੀਤਾ ਕਿ ਜਗਤ ਦੇ ਉਦਾਰ ਵਾਸਤੇ ਸਾਡੀ ਸਾਰੀ ਬਾਣੀ ਇਕੱਤਰ ਕਰਕੇ ਸਾਨੂੰ ਪੜ੍ਹ ਕੇ ਸੁਣਾਈ ਜਾਓ ਅਤੇ ਉਸ ਦੀ ਮਰਿਆਦਾ ਬੰਨ੍ਹ ਕੇ ਉਪਕਾਰ ਦਾ ਕੰਮ ਕਰੋ। ਆਗਿਆ ਅਨੁਸਾਰ ਸ੍ਰੀ ਅੰਗਦ ਜੀ ਨੇ ਸਾਰੀ ਬਾਣੀ ਨੂੰ ਚੁਣ ਚੁਣ ਕੇ ਗੁਰੂ ਜੀ ਪਾਸ ਬੈਠ ਕੇ ਸੁਣਾਇਆ। ਤਦ ਗੁਰੂ ਜੀ ਨੇ ਇਸ ਬਾਣੀ ਦਾ ਨਾਮ ਜਪ ਰੱਖਿਆ ਅਤੇ ਫਰਮਾਇਆ ਕਿ ਜੋ ਗੁਰਸਿੱਖੀ ਦਾ ਇੱਛਾਵਾਨ ਸਿੱਖ ਸਵੇਰੇ ਇਸ਼ਨਾਨ ਕਰਕੇ ਇਸ ਜਪ ਬਾਣੀ ਨੂੰ ਵਿਚਾਰ ਨਾਲ ਇੱਕ ਮਨ ਹੋ ਕੇ ਪੜ੍ਹੇਗਾ ਅਤੇ ਇਸ ਦੇ ਸਿਧਾਂਤ ਨੂੰ ਗ੍ਰਹਿਣ ਕਰੇਗਾ, ਉਹ ਨਿਸ਼ਚੈ ਹੀ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ। ਇਸ ਦਾ ਨੇਮ ਨਾਲ ਪਾਠ ਕਰਨ ਵਾਲੇ ਦੇ ਨੇੜੇ ਕੋਈ ਜਿੰਨ ਭੂਤ ਨਹੀਂ ਆਵੇਗਾ ਤੇ ਨਾ ਹੀ ਕੋਈ ਜੰਤਰ ਮੰਤਰ ਅਸਰ ਕਰੇਗਾ। ਉਸ ਦੇ ਸਾਰੇ ਕਾਰਜ ਸੁੱਤੇ ਸਿੱਧ ਹੀ ਸੰਪੂਰਨ ਹੋਣਗੇ। ਜਿਹੜਾ ਪੁਰਸ਼ ਨਾਮ ਬਾਣੀ ਦਾ ਅਭਿਆਸ ਕਰੇਗਾ ਉਸ ਵਾਸਤੇ ਹੋਰ ਕੋਈ ਕਰਮ ਕਰਨ ਵਾਲਾ ਬਾਕੀ ਨਹੀਂ ਰਹੇਗਾ। ਇਸ ਤਰ੍ਹਾਂ ਸ੍ਰੀ ਜਪਜੀ ਸਾਹਿਬ ਨੂੰ ਤਰਤੀਬਵਾਰ ਕਰਕੇ ਕੁਝ ਚਿਰ ਪਿੱਛੋਂ ਗੁਰੂ ਜੀ ਨੇ ਸ੍ਰੀ ਅੰਗਦ ਜੀ ਨੂੰ ਕਿਹਾ ਕਿ ਹੁਣ ਤੁਸੀਂ ਆਪਣੇ ਘਰ ਖਡੂਰ ਚਲੇ ਜਾਓ, ਸਾਡੇ ਸਰੀਰ ਤਿਆਗਣ ਦਾ ਸਮਾਂ ਨੇੜੇ ਹੈ। ਸ੍ਰੀ ਅੰਗਦ ਜੀ ਨੇ ਕਿਹਾ, ਮਹਾਰਾਜ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਤੇ ਹੈ, ਪਰ ਆਪ ਜੀ ਦੇ ਅੰਤ ਸਮੇਂ ਮੈਨੂੰ ਇੱਥੇ ਆਉਣ ਦੀ ਆਗਿਆ ਹੈ ਕਿ ਨਹੀਂ। ਗੁਰੂ ਜੀ ਨੇ ਕਿਹਾ, ਤੁਸੀਂ ਇਸ ਪਾਸੇ ਨਾ ਆਉਣਾ, ਅਸੀਂ ਆਪ ਹੀ ਆ ਕੇ ਮਿਲਾਂਗੇ। ਇਹ ਬਚਨ ਸੁਣ ਕੇ ਸ੍ਰੀ ਅੰਗਦ ਜੀ ਨਾ ਜਾਣਾ ਚਾਹੁੰਦੇ ਹੋਏ ਵੀ ਆਗਿਆ ਦਾ ਪਾਲਣ ਕਰਦੇ ਹੋਏ ਖਡੂਰ ਆ ਗਏ। ਗੁਰੂ ਚਰਨਾਂ ਦੇ ਧਿਆਨ ਵਿੱਚ ਘਰ ਹੀ ਬੈਠੇ ਰਹਿੰਦੇ। ਪਛਾਤ ਕਰਤਾਰਪੁਰ ਜੋ ਪ੍ਰਸੰਗ ਵਾਰਤਾ ਹੋਈ ਉਹ ਸੁਣੀਏ। ਗ੍ਰੰਥ ਕਰਤਾ ਜੀ ਕਹਿੰਦੇ ਹਨ, ਗੁਰੂ ਨਾਨਕ ਜੀ ਦੇ ਦਰਬਾਰ ਦੇ ਅੱਗੇ ਇੱਕ ਵੱਡਾ ਪਿੱਪਲ ਹੁੰਦਾ ਸੀ। ਗੁਰੂ ਜੀ ਉਸ ਦੀ ਛਾਂ ਹੇਠਾਂ ਬੈਠੇ ਸਨ ਕਿ ਆਪ ਜੀ ਦੇ ਸਾਂਗ ਧਾਰਨ ਕਰਨ ਸਮੇਂ ਜਿਹੜੇ ਸਿੱਖ ਭੱਜ ਗਏ ਸਨ ਉਹਨਾਂ ਨੇ ਇਹ ਸਮਝ ਕੇ ਇਹ ਸਾਂਗ ਗੁਰੂ ਜੀ ਨੇ ਸਾਡੇ ਪਰਖਣ ਵਾਸਤੇ ਧਾਰੇ ਸਨ। ਪਛਤਾਪ ਕਰਦੇ ਹੋਏ ਵਾਪਸ ਗੁਰੂ ਜੀ ਪਾਸ ਆਣ ਕੇ ਮਾਫੀ ਮੰਗੀ ਅਤੇ ਫਿਰ ਸੇਵਾ ਵਿੱਚ ਜੁਟ ਗਏ। ਸਾਰਾ ਕਾਰ ਵਿਹਾਰ ਪਹਿਲੇ ਵਾਂਗ ਹੀ ਚੱਲਣ ਲੱਗ ਪਿਆ ਅਤੇ ਸੰਗਤਾਂ ਦੀ ਆਵਾਜਾਈ ਨਾਲ ਗੁਰੂ ਜੀ ਪਾਸ ਭੀੜਾਂ ਰਹਿਣ ਲੱਗ ਪਈਆਂ। ਗੁਰੂ ਜੀ ਦਾ ਟੁੱਟ ਲੰਗਰ ਵਰਤਣ ਲੱਗ ਪਿਆ। ਆਪ ਜੀ ਦੀ ਮਹਿਮਾ ਤੁਰਕਾਂ ਵਿੱਚ ਵੀ ਬਹੁਤ ਵੱਧ ਗਈ। ਦੂਰ ਦੂਰ ਦੇਸ਼ਾਂ ਤੋਂ ਆਣ ਕੇ ਦਰਸ਼ਨ ਕਰਕੇ ਅਤੇ ਉਪਦੇਸ਼ ਸੁਣ ਕੇ ਬਹੁਤ ਸ਼ਰਧਾ ਨਾਲ ਗੁਰੂ ਜੀ ਨੂੰ ਖੁਦਾ ਦਾ ਰੂਪ ਮੰਨਦੇ ਸਭ ਨੂੰ ਉਪਦੇਸ਼ ਦਿੰਦੇ ਕਿ ਇਹ ਮਨੁੱਖ ਦਾ ਸਰੀਰ ਦੁਰਲਭ ਹੈ, ਆਪਣੇ ਸਰੂਪ ਨੂੰ ਜਾਣ ਕੇ ਇਸ ਨੂੰ ਸਫਲਾ ਕਰੋ। ਇਹ ਵਿਚਾਰ ਕਰੋ ਕਿ ਮੈਂ ਕੌਣ ਹਾਂ, ਜਗਤ ਦਾ ਕੀ ਮੂਲ ਹੈ। ਸੱਚ ਝੂਠ ਦਾ ਨਿਰਣਾ ਕਰਕੇ ਝੂਠੇ ਪਦਾਰਥਾਂ ਦਾ ਤਿਆਗ ਕਰੋ ਅਤੇ ਸੱਚ ਵਸਤੂ ਦਾ ਗ੍ਰਹਿਣ ਕਰੋ। ਇਹ ਸਰੀਰ ਆਦਿਕ ਜੋ ਸੰਸਾਰ ਦਾ ਪਸਾਰਾ ਹੈ, ਇਹ ਸਭ ਮਿਥਿਆ ਹੈ, ਇਸ ਨਾਲ ਪ੍ਰੀਤੀ ਨਾ ਕਰੋ। ਇਸ ਵਿਚਾਰ ਤੋਂ ਬਿਨਾਂ ਮਨੁੱਖ ਦੇਹੀ ਬੇਅਰਥ ਹੈ। ਜਨਮ ਤੋਂ ਲੈ ਕੇ ਮਰਨ ਪਰਯੰਤ ਜੀਵ ਦੁੱਖ ਭੋਗਦਾ ਹੈ। ਜਦ ਬੱਚਾ ਹੁੰਦਾ ਹੈ ਤਾਂ ਮੂੰਹ ਤੋਂ ਬੋਲ ਕੇ ਆਪਣਾ ਦੁੱਖ ਸੁੱਖ ਨਹੀਂ ਦੱਸ ਸਕਦਾ। ਦੁਖੀ ਹੁੰਦਾ ਹੈ ਤਾਂ ਰੋਂਦਾ ਹੈ। ਜਦ ਜਵਾਨ ਹੁੰਦਾ ਹੈ ਤਾਂ ਮਨ ਦੀਆਂ ਕਾਮਨਾਵਾਂ ਪ੍ਰਬਲ ਹੁੰਦੀਆਂ ਹਨ ਅਤੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਅਤੇ ਅੰਤ ਕਸ਼ਟ ਕਰਦਾ ਹੈ ਤੇ ਦੁੱਖ ਭੋਗਦਾ ਹੈ। ਉਪਰੰਤ ਜਦ ਬੁਢੇਪਾ ਆ ਜਾਂਦਾ ਹੈ ਤਾਂ ਸਰੀਰ ਨਿਰਬਲ ਹੋ ਜਾਂਦਾ ਹੈ। ਕੰਨਾਂ ਤੋਂ ਸੁਣਨਾ, ਅੱਖਾਂ ਤੋਂ ਵੇਖਣ ਸ਼ਕਤੀ ਘਟ ਜਾਂਦੀ ਹੈ। ਸਰੀਰ ਦਾ ਰੂਪ ਕਰੂਪ ਹੋ ਜਾਂਦਾ ਹੈ। ਪੈਰ ਕੰਮਕਾਰ ਤੋਂ ਰਹਿ ਜਾਂਦੇ ਹਨ। ਧੀਆਂ ਪੁੱਤਰਾਂ ਤੇ ਸੰਬੰਧੀ ਦੂਰ ਦੂਰ ਰਹਿੰਦੇ ਹਨ। ਇਸ ਤਰ੍ਹਾਂ ਇਹਨਾਂ ਕਠਿਨਾਈਆਂ ਵਿੱਚ ਮੌਤ ਦਾ ਸਮਾਂ ਆ ਜਾਂਦਾ ਹੈ ਅਤੇ ਰੁਦਨ ਕਰਦਾ ਹੋਇਆ ਅੱਗੇ ਨੂੰ ਤੁਰ ਪੈਂਦਾ ਹੈ। ਪਰੰਤੂ ਜਿਹੜੇ ਵਿਚਾਰਵਾਨ ਨਾਮ ਦਾ ਅਭਿਆਸ ਕਰਦੇ ਸੰਸਾਰ ਨੂੰ ਮਿੱਥਿਆ ਅਤੇ ਸਰੀਰ ਨੂੰ ਪਾਣੀ ਦਾ ਬੁਲਬੁਲਾ ਸਮਝਦੇ ਹਨ, ਉਹ ਮੌਤ ਤੋਂ ਭੈ ਰਹਿਤ ਹੋ ਕੇ ਪ੍ਰਸੰਨ ਰਹਿੰਦੇ ਹਨ। ਸੋ ਪੁਰਸ਼ ਇਸ ਤਰ੍ਹਾਂ ਧਨ ਪ੍ਰਾਪਤੀ ਵਿੱਚ ਵੀ ਸੁਖੀ ਨਹੀਂ ਹੈ। ਜਿਹੜੇ ਇਸ ਦੇ ਹੰਕਾਰ ਵਿੱਚ ਫਸਦੇ ਹਨ ਉਹਨਾਂ ਨੂੰ ਰਤੀ ਭਰ ਵੀ ਸੁੱਖ ਨਹੀਂ ਮਿਲਦਾ। ਜੇ ਧਨ ਬਹੁਤਾ ਹੋਵੇ ਤਾਂ ਬਹੁਤ ਚਿੰਤਾ ਹੁੰਦੀ ਹੈ ਕਿ ਕਿਸੇ ਤਰ੍ਹਾਂ ਚੱਲਿਆ ਨਾ ਜਾਵੇ। ਜੇ ਧਨ ਚਲਿਆ ਜਾਵੇ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਧਨ ਦੀ ਸੰਭਾਲ ਵਾਸਤੇ ਸਦਾ ਹੀ ਕਈ ਪ੍ਰਕਾਰ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਇਸ ਨੂੰ ਕੋਈ ਚੋਰ ਚੁਰਾ ਕੇ ਨਾ ਲੈ ਜਾਵੇ, ਕੋਈ ਸੰਨ ਲਾ ਕੇ ਜਾਂ ਹੋਰ ਕਿਸੇ ਪ੍ਰਕਾਰ ਕਰਕੇ ਰਾਜਾ ਨਾ ਲੈ ਜਾਵੇ। ਇਸ ਵਾਸਤੇ ਸਰੀਰ ਅਤੇ ਧਨ ਦੇ ਹੰਕਾਰ ਨੂੰ ਦੂਰ ਕਰਕੇ ਨਾਮ ਵਿੱਚ ਲਿਵ ਜੋੜਨੀ ਚਾਹੀਦੀ ਹੈ। ਤ੍ਰਿਸ਼ਨਾ ਤੇ ਦਵੈਤ ਨੂੰ ਮਨ ਤੋਂ ਦੂਰ ਕਰਕੇ ਆਤਮ ਸਰੂਪ ਦੀ ਲਖਤਾ ਕਰਕੇ ਆਨੰਦ ਸਰੂਪ ਨੂੰ ਪ੍ਰਾਪਤ ਕਰੋ। ਇਸ ਤਰ੍ਹਾਂ ਗੁਰੂ ਜੀ ਦੇ ਉਪਦੇਸ਼ਾਂ ਨੂੰ ਨਿਤਾ ਪ੍ਰਤੀ ਸੁਣ ਕੇ ਹਜ਼ਾਰਾਂ ਹੀ ਪੁਰਸ਼ ਮੁਕਤੀ ਦੇ ਯੋਗ ਹੋ ਗਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਗੁਰੂ ਜੀ ਦੀ ਕਥਾ ਮੈਂ ਥੋੜੀ ਹੀ ਵਰਣਨ ਕੀਤੀ ਹੈ ਕਿਉਂਕਿ ਆਪ ਜੀ ਦੀ ਸਾਰੀ ਜੀਵਨ ਕਥਾ ਮੇਰੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ। ਕਥਨ ਕਰਦੇ ਹਨ ਕਿ ਇੱਕ ਦਿਨ ਗੁਰੂ ਜੀ ਪਿੱਪਲ ਦੀ ਛਾਵੇਂ ਬੈਠੇ ਹੋਏ ਸਨ।
ਕਿ ਆਪ ਜੀ ਨੇ ਮੱਝਾਂ ਘੋੜੀਆਂ ਭੁੱਖੀਆਂ ਵੇਖ ਕੇ ਕਮਲੀਏ ਸੇਵਾਦਾਰ ਨੂੰ ਆਖਿਆ ਕਿ ਇਹਨਾਂ ਵਾਸਤੇ ਬਾਹਰੋਂ ਜੂਹ ਵਿੱਚੋਂ ਘਾਹ ਲਿਆਓ। ਕਮਲੀਆ ਜਦ ਜੂਹ ਵੱਲ ਤੁਰਿਆ ਤਾਂ ਰਾਸਤੇ ਵਿੱਚ ਉਸ ਨੂੰ 3 ਆਦਮੀ ਮਿਲੇ। ਉਹਨਾਂ ਨੇ ਕਮਲੀਏ ਨੂੰ ਆਖਿਆ ਕਿ ਸਾਡਾ ਇਹ ਕੰਮ ਕਰੋ, ਇਹ ਵਿਭੂਤੀ ਸੁਆਹ ਦੀ ਇੱਕ ਚੁਟਕੀ ਗੁਰੂ ਨਾਨਕ ਜੀ ਨੂੰ ਜਾ ਕੇ ਦੇ ਦਿਓ, ਫਿਰ ਗੁਰੂ ਜੀ ਜੋ ਉੱਤਰ ਦੇਣਗੇ ਉਹ ਸਾਨੂੰ ਆਣ ਕੇ ਦੱਸਣਾ। ਕਮਲੀਆ ਉਹਨਾਂ ਪੁਰਸ਼ਾਂ ਦੇ ਤੇਜਵਾਨ ਸਰੂਪ ਵੇਖ ਕੇ ਮਨ ਵਿੱਚ ਹੈਰਾਨ ਹੋਇਆ ਅਤੇ ਵਿਚਾਰ ਕਰਕੇ ਉਹਨਾਂ ਨੂੰ ਆਖਿਆ ਕਿ ਮੈਨੂੰ ਗੁਰੂ ਜੀ ਦਾ ਹੁਕਮ ਹੈ ਕਿ ਘਾਹ ਦੀ ਪੰਡ ਲੈ ਕੇ ਆਓ। ਸੋ ਜੇਕਰ ਘਾਹ ਦੀ ਪੰਡ ਹੋਵੇਗੀ ਤਾਂ ਮੈਂ ਜਾ ਕੇ ਉਹਨਾਂ ਨੂੰ ਤੁਹਾਡਾ ਸੁਨੇਹਾ ਦਿਆਂਗਾ। ਤਦ ਉਹਨਾਂ ਤਿੰਨਾਂ ਵਿੱਚੋਂ ਇੱਕ ਸ੍ਰੇਸ਼ਟ ਪੁਰਸ਼ ਨੇ ਮੁੱਠੀ ਭਰ ਘਾਹ ਲੈ ਕੇ ਉਸ ਦੀ ਪੰਡ ਬੰਨ੍ਹ ਕੇ ਕਮਲੀਏ ਦੇ ਸਿਰ ਤੇ ਚੁਕਾ ਕੇ ਭੇਜ ਦਿੱਤਾ। ਜਦ ਕਮਲੀਆ ਝਟਪਟ ਹੀ ਘਾਹ ਲੈ ਕੇ ਵਾਪਸ ਆ ਗਿਆ ਤਾਂ ਗੁਰੂ ਜੀ ਨੇ ਪੁੱਛਿਆ, ਕਮਲੀਆ ਤੂੰ ਬੜੀ ਛੇਤੀ ਆ ਗਿਆ ਹੈ, ਜੇ ਤੂੰ ਘਾਹ ਕਿਸੇ ਦਾ ਚੋਰੀ ਚੁੱਕ ਲਿਆਂਦਾ ਹੈ ਤਾਂ ਸਾਡੀਆਂ ਮੱਝਾਂ ਨੂੰ ਖਵਾਈ ਨਾ ਤੇ ਇਸ ਨੂੰ ਉੱਥੇ ਹੀ ਰੱਖਾ ਜਿੱਥੋਂ ਲਿਆਂਦਾ ਹੈ। ਤਦ ਕਮਲੀਏ ਨੇ ਕਿਹਾ, ਮਹਾਰਾਜ ਮੈਂ ਇਹ ਚੋਰੀ ਕਰਕੇ ਨਹੀਂ ਲਿਆਂਦਾ, ਜਿਸ ਤਰ੍ਹਾਂ ਇਸ ਨੂੰ ਛੇਤੀ ਲੈ ਕੇ ਆਇਆ ਹਾਂ ਉਹ ਗੱਲ ਸੁਣ ਲਵੋ। ਕਮਲੀਏ ਨੇ ਦੱਸਿਆ, ਮਹਾਰਾਜ ਮੈਨੂੰ ਬਾਹਰ 3 ਜੋਗੀ ਮਿਲੇ ਹਨ, ਉਹ ਮੈਨੂੰ ਕਰਾਮਾਤੀ ਜਾਪਦੇ ਹਨ। ਉਹਨਾਂ ਨੇ ਇੱਕ ਮੁੱਠੀ ਭਰ ਘਾਹ ਲੈ ਕੇ ਮੈਨੂੰ ਪੰਡ ਬੰਨ੍ਹ ਦਿੱਤੀ ਹੈ ਅਤੇ ਤੁਹਾਨੂੰ ਇੱਕ ਸੁਨੇਹਾ ਭੇਜਿਆ ਹੈ। ਇਹ ਆਖ ਕੇ ਕਮਲੀਏ ਨੇ ਕੱਪੜੇ ਦੀ ਗੰਢ ਖੋਲ ਕੇ ਜਦ ਸੁਆਹ ਦੀ ਚੁਟਕੀ ਗੁਰੂ ਜੀ ਨੂੰ ਦਿੱਤੀ ਤਾਂ ਗੁਰੂ ਜੀ ਨੇ ਸਮਝ ਲਿਆ ਕਿ ਸ਼ਿਵ ਦੇ ਹੱਥ ਦੀ ਹੈ ਅਤੇ 3 ਵਾਰ ਕਿਹਾ, ਕਮਲਾ ਸਾਡਾ ਸੰਦੇਸ਼ ਲਿਆਇਆ ਹੈ। ਉਪਰੰਤ ਆਪ ਜੀ ਨੇ ਕਮਲੇ ਨੂੰ ਕਿਹਾ ਕਿ ਸਧਾਰਨ ਨੂੰ ਘਰੋਂ ਸੱਦ ਲਿਆਓ। ਜਦ ਸਧਾਰਨ ਆ ਗਿਆ ਤਾਂ ਉਸ ਨੂੰ ਨਾਲ ਲੈ ਕੇ ਗੁਰੂ ਜੀ ਉਹਨਾਂ 3 ਜੋਗੀ ਪੁਰਸ਼ਾਂ ਪਾਸ ਗਏ। ਸਧਾਰਨ ਨੂੰ ਕੁਝ ਪਰੇ ਬਿਠਾ ਦਿੱਤਾ ਅਤੇ ਆਪ ਇਕੱਲੇ ਹੀ ਉਹਨਾਂ ਨਾਲ ਗੱਲਬਾਤ ਕਰਨ ਲੱਗੇ। ਉਹਨਾਂ ਪੁਰਸ਼ਾਂ ਨੇ ਗੁਰੂ ਜੀ ਦੀ ਬੜੀ ਉਸਤਤੀ ਕਰਕੇ ਕਿਹਾ, ਤੁਸਾਂ ਪਖੰਡ ਦਾ ਖੰਡਨ ਕਰਕੇ ਬਹੁਤ ਜੀਵਾਂ ਨੂੰ ਸੁਮਾਰਗ ਬਖਸ਼ ਕੇ ਉਹਨਾਂ ਦਾ ਉਦਾਰ ਕੀਤਾ ਹੈ। ਉਪਰੰਤ ਆਪ ਜੀ ਨੇ ਆਪਣੀ ਜੋਤ ਸ਼੍ਰੀ ਅੰਗਦ ਜੀ ਵਿੱਚ ਪ੍ਰਗਟ ਕਰਕੇ ਆਪਣੇ ਥਾਂ ਸਥਾਪਨ ਕਰ ਦਿੱਤਾ ਹੈ। ਸੋ ਹੁਣ ਆਪ ਸੱਚਖੰਡ ਚੱਲਣ ਦੀ ਤਿਆਰੀ ਕਰੋ। ਇਹ ਬਚਨ ਆਖ ਕੇ ਉਹ 3 ਪੁਰਸ਼ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਸਥਾਨਾਂ ਨੂੰ ਚਲੇ ਗਏ। ਇੱਧਰ ਸਧਾਰਨ ਪਾਸ ਆਣ ਕੇ ਗੁਰੂ ਜੀ ਨੇ ਕਿਹਾ ਕਿ ਇਸ ਸਥਾਨ ਉੱਤੇ ਲੱਕੜਾਂ ਦਾ ਢੇਰ ਇਕੱਠਾ ਕਰ ਦਿਓ। ਘਰ ਆਣ ਕੇ ਸਧਾਰਨ ਨੂੰ ਆਖਿਆ, ਸਾਡੇ ਬਸਤਰ ਧੋ ਲਿਆਓ। ਜਦ ਸਧਾਰਨ ਕੱਪੜੇ ਧੋ ਕੇ ਸੁਕਾ ਕੇ ਲੈ ਆਇਆ ਤਾਂ ਕਿਹਾ, ਘਰ ਵਿੱਚ ਲੇਪਣ ਕਰ ਦਿਓ। ਆਗਿਆ ਅਨੁਸਾਰ ਸਧਾਰਨ ਨੇ ਪ੍ਰੇਮ ਨਾਲ ਸਾਰੇ ਘਰ ਨੂੰ ਲੇਪਣ ਕਰਕੇ ਜਦ ਗੁਰੂ ਜੀ ਨੂੰ ਦੱਸਿਆ ਤਾਂ ਆਪ ਜੀ ਨੇ ਵੇਖ ਕੇ ਸਧਾਰਨ ਉੱਤੇ ਬਹੁਤ ਪ੍ਰਸੰਨਤਾ ਪ੍ਰਗਟ ਕਰਕੇ ਉਸ ਨੂੰ ਆਤਮ ਗਿਆਨ ਦੀ ਬਖਸ਼ਿਸ਼ ਕਰ ਦਿੱਤੀ। ਉਪਰੰਤ ਗੁਰੂ ਜੀ ਫਿਰ ਪਿੱਪਲ ਹੇਠਾਂ ਹੀ ਆ ਬੈਠੇ, ਜਿੱਥੇ ਸਿੱਖ ਸੰਗਤਾਂ ਦਾ ਦੀਵਾਨ ਸੱਜ ਰਿਹਾ ਸੀ ਅਤੇ ਨਾਮ ਬਾਣੀ ਦਾ ਕੀਰਤਨ ਹੋ ਰਿਹਾ ਸੀ। ਪਹਿਲੇ ਵਾਂਗ ਹੀ ਗੁਰੂ ਜੀ ਆਪਣੀ ਨਿਤ ਮਰਿਆਦਾ ਅਨੁਸਾਰ ਸਾਧ ਸੰਗਤ ਕੀਰਤਨ ਅਤੇ ਕਥਾ ਉਪਦੇਸ਼ ਕਰਦੇ ਰਹੇ। ਕਰਤਾਰਪੁਰ ਵਿੱਚ ਇਸ ਸਮੇਂ ਸਤਜੁਗ ਵਰਤ ਰਿਹਾ ਸੀ। ਦੂਸਰੇ ਦਿਨ ਗੁਰੂ ਜੀ ਇਸ਼ਨਾਨ ਕਰਕੇ ਬੈਠ ਗਏ ਅਤੇ ਸਿੱਖ ਸੰਗਤਾਂ ਨੇ ਆਣ ਕੇ ਕੀਰਤਨ ਆਰੰਭ ਕਰ ਦਿੱਤਾ। ਗੁਰੂ ਜੀ ਦੀ ਆਪਣੇ ਸਰੂਪ ਵਿੱਚ ਹੀ ਇੱਕ ਪਹਿਰ ਸਮਾਧੀ ਲੱਗੀ ਰਹੀ। ਜਦ ਸਮਾਧੀ ਖੁੱਲੀ ਤਾਂ ਆਪ ਜੀ ਨੇ ਬਚਨ ਕੀਤਾ ਕਿ ਅੱਜ ਸਾਡੇ ਸੱਚਖੰਡ ਜਾਣ ਦਾ ਸੋਹਣਾ ਦਿਨ ਹੈ। ਇਸ ਵਾਸਤੇ ਫੁੱਲ, ਕਪੂਰ, ਚੰਦਨ, ਕੁਸ਼ਾ ਅਤੇ ਗੁਲਾਬ ਆਦਿ ਸਮੱਗਰੀ ਦੀਆਂ ਸਭ ਚੀਜ਼ਾਂ ਲੈ ਆਓ। ਇਹ ਬਚਨ ਸੁਣ ਕੇ ਸਿੱਖਾਂ ਦੇ ਮਨ ਡਾਵਾਂਡੋਲ ਹੋ ਗਏ ਅਤੇ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਸੱਚਖੰਡ ਨੂੰ ਚੱਲੇ ਹਨ। ਉਸ ਦਿਨ ਅੱਸੂਵਦੀ ਸਪਤਮੀ ਸੀ, ਜਿਸ ਦਿਨ ਗੁਰੂ ਜੀ ਨੇ ਸਰੀਰ ਤਿਆਗਣ ਦੀ ਵਿਉਂਤ ਬਣਾਈ ਸੀ। ਇਹ ਖਬਰ ਸੁਣ ਕੇ ਦਰਸ਼ਨ ਅਭਿਲਾਖੀਆਂ ਦੀ ਆਪ ਜੀ ਪਾਸ ਬਹੁਤ ਭੀੜ ਹੋ ਗਈ। ਤਦ ਗੁਰੂ ਜੀ ਨੇ ਸਧਾਰਨ ਨੂੰ ਕਿਹਾ, ਛੇਤੀ ਉੱਠ ਕੇ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਸਾਡੇ ਪਾਸ ਸੱਦ ਲਿਆਓ। ਸਧਾਰਨ ਨੇ ਜਾ ਕੇ ਕਿਹਾ, ਗੁਰੂ ਜੀ ਦੀ ਅੱਜ ਤਿਆਰੀ ਹੈ, ਉਹਨਾਂ ਨੇ ਤੁਹਾਨੂੰ ਸੱਦਿਆ ਹੈ, ਛੇਤੀ ਚਲੋ। ਅੱਗੇ ਸਾਹਿਬਜ਼ਾਦਿਆਂ ਨੇ ਕਿਹਾ, ਹੁਣੇ ਅਜੇ ਸੁੱਖ ਆਨੰਦ ਬੈਠੇ ਹੋਏ ਸਨ, ਇਤਨੀ ਛੇਤੀ ਅਚਾਨਕ ਤਿਆਰੀ ਕਿਸ ਤਰ੍ਹਾਂ ਹੋ ਗਈ, ਸਾਨੂੰ ਯਕੀਨ ਨਹੀਂ ਆਉਂਦਾ। ਇਹ ਆਖ ਕੇ ਸਾਹਿਬਜ਼ਾਦੇ ਗੁਰੂ ਜੀ ਪਾਸ ਨਾ ਗਏ। ਜਦ ਸ਼੍ਰੀ ਸੁਲੱਖਣੀ ਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਸਮਾਉਣ ਲੱਗੇ ਹਨ ਤੇ ਸਾਹਿਬਜ਼ਾਦਿਆਂ ਨੇ ਉਹਨਾਂ ਦਾ ਕਿਹਾ ਨਹੀਂ ਮੰਨਿਆ ਤਾਂ ਮਾਤਾ ਜੀ ਛੇਤੀ ਨਾਲ ਆਪ ਗੁਰੂ ਜੀ ਪਾਸ ਆਏ ਅਤੇ ਆਪ ਜੀ ਦੀ ਸਰੀਰ ਛੱਡਣ ਦੀ ਤਿਆਰੀ ਵੇਖ ਕੇ ਬਹੁਤ ਵਿਰਾਗਵਾਨ ਹੋਏ। ਗੁਰੂ ਜੀ ਨੇ ਉਸ ਦੀ ਬਹਿਬਲ ਦਸ਼ਾ ਨੂੰ ਵੇਖ ਕੇ ਆਖਿਆ, ਸੁਭਾਗੇ ਜੋ ਗੱਲ ਕਰਨੀ ਹੈ ਉਹ ਕਰ ਲੈ, ਪਿੱਛੋਂ ਨਾ ਕਹਿਣਾ ਕਿ ਮੈਂ ਕੋਈ ਗੱਲ ਨਹੀਂ ਕੀਤੀ। ਮਾਤਾ ਜੀ ਇਹ ਗੱਲ ਸੁਣ ਕੇ ਬਹੁਤ ਦੀਨ ਹੋ ਕੇ ਬੋਲੇ ਕਿ ਭਲਕੇ ਤੁਹਾਡੇ ਪਿਤਾ ਦਾ ਸ਼ਰਾਧ ਹੈ, ਇਸ ਕਰਕੇ ਚੰਗੀ ਗੱਲ ਇਹੀ ਹੈ ਕਿ ਪਿਤਾ ਦਾ ਸ਼ਰਾਧ ਕਰਕੇ ਹੀ ਜੋਤੀ ਜੋਤ ਸਮਾਉਣਾ। ਸਰੀਰ ਤਿਆਗਣਾ ਤੇ ਰੱਖਣਾ ਤੁਹਾਡੀ ਇੱਛਾ ਅਨੁਸਾਰ ਹੀ ਹੈ, ਇਸ ਕਰਕੇ ਇੱਕ ਦਿਨ ਹੋਰ ਠਹਿਰ ਜਾਓ। ਗੁਰੂ ਜੀ ਨੇ ਕਿਹਾ, ਚੋਣੀਏ
ਤੂੰ ਠੀਕ ਗੱਲ ਆਖੀ ਹੈ। ਹੁਣ ਸ਼ਰਾਧ ਦਾ ਸਮਾਨ ਤਿਆਰ ਕਰੋ। ਅਸੀਂ ਅਸ਼ਟਮੀ ਦਾ ਸ਼ਰਾਧ ਕਰਕੇ ਨੌਵੀਂ ਨੂੰ ਸਾਰਾ ਦਿਨ ਬਤੀਤ ਕਰਕੇ ਉਪਰੰਤ ਦਸਵੀਂ ਨੂੰ ਤਿਆਗ ਕਰਾਂਗੇ। ਆਪ ਜੀ ਦੇ ਇਹ ਬਚਨ ਸੁਣ ਕੇ ਸਾਰੇ ਇਸਤਰੀ ਪੁਰਸ਼ ਪ੍ਰਸੰਨ ਹੋ ਗਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।